ਸਾਹਿਬ ਜੀ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਜਿਸਨੋ ਕਰਮ ਪ੍ਰਾਪਤ ਹੋਵੈ, ਸੋ ਜਨ ਨਿਰਮਲ ਥੀਵੈ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਫਰੀਦਾ ਜੇ ਮੈਂ ਹੁੰਦਾ ਵਾਰਿਆ। ਮਿੱਤਾਂ ਆਇੜਿਆਂ ਹੀੜਾ ਜਲੇ ਮਜੀਠ ਜਿਉਂ, ਉੱਪਰ ਅੰਗਾਰਾ। ਹੀੜਾ ਜਲੇ ਮਜੀਠ ਜਿਉਂ, ਉੱਪਰ ਅੰਗਾਰਾ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਨਾਮ ਬਾਣੀ ਕੇ ਬੋਹਿਤ ਹਲਤ ਪਲਤ ਸਵਾਰ ਦੇਣ ਵਾਲੇ ਗੁਰੂ ਗਰੀਬ ਨਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਸਤ ਸੰਗਤ ਦੀਆਂ ਘੜੀਆਂ ਸੁਭਾਗ ਹੋਈਆਂ ਹਨ ਗੁਰੂ ਚਰਨਾਂ ਵਿੱਚ ਜੁੜ ਕੇ। ਅੰਮ੍ਰਿਤਮਈ ਬਾਣੀ ਦਾ ਆਨੰਦ ਰਸ ਮਾਣਨ ਵਾਸਤੇ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹੋ। ਆਓ ਜਿਤਨੇ ਵੀ ਮਾਈ ਭਾਈ ਜਨ ਗੁਰੂ ਪਿਆਰ ਵਿੱਚ ਭਿੱਜ ਕੇ ਬੈਠੇ ਹੋ, ਸਰਬੱਤ ਸੰਗਤ ਗੁਰੂ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਆਪਣੀ ਰਸਨਾ ਦੇ ਦੁਆਰਾ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਵਿੱਚੋਂ ਜੋ ਸ਼ਲੋਕ ਮੰਗਲ ਰੂਪ ਦੇ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਹੈ, ਭਗਤ ਸ਼ੇਖ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1379 ਦੇ ਉੱਪਰ ਸ਼ੋਭਾਇਮਾਨ ਹਨ। ਲੜੀਵਾਰ ਸ਼ਲੋਕਾਂ ਦੇ ਵਿੱਚੋਂ 22 ਨੰਬਰ ਇਹ ਸ਼ਲੋਕ ਆਪ ਜੀ ਨੇ ਜੋ ਪਾਠ ਰੂਪ ਵਿੱਚ ਸਰਵਣ ਕੀਤਾ ਹੈ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜਿਆਂ ਹੀੜਾ ਜਲੇ ਮਜੀਠ ਜਿਉਂ, ਉੱਪਰ ਅੰਗਾਰਾਂ। ਸ਼ੇਖ ਫਰੀਦ ਸਾਹਿਬ ਜੀ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਉਹਨਾਂ ਗੁਰਮੁਖ ਜਨਾਂ, ਸਤ ਸੰਗੀ ਜਨਾਂ ਦਾ ਜ਼ਿਕਰ ਕੀਤਾ ਹੈ
ਜਿਨ੍ਹਾਂ ਦੀ ਆਮਦ ਦੇ ਨਾਲ, ਜਿਨ੍ਹਾਂ ਦੇ ਆਉਣ ਦੇ ਨਾਲ ਸਾਡਾ ਆਪਣਾ ਪਰਿਵਾਰ, ਸਾਡਾ ਭਾਈਚਾਰਾ, ਸਾਡਾ ਸਮਾਜ, ਕੋੜਮਾ, ਕਬੀਲਾ ਦਰੁਸਤ ਜੀਵਨ ਨੂੰ ਅਪਣਾਉਣਾ ਆਰੰਭ ਕਰੇਗਾ। ਜਿਨ੍ਹਾਂ ਦੀ ਆਮਦ ਦਾ ਸਦਕਾ, ਜਿਨ੍ਹਾਂ ਦੇ ਆਉਣ ਸਦਕਾ ਜੀਵਨ ਦੀਆਂ ਕਮਜ਼ੋਰੀਆਂ ਤੇ ਕਮੀਆਂ ਦੂਰ ਹੋਣਗੀਆਂ। ਇਸ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਵਿੱਚ ਉਹਨਾਂ ਸੱਜਣਾਂ ਦਾ, ਉਹਨਾਂ ਮਿੱਤਰਾਂ ਦਾ ਬੜਾ ਵੱਡਾ ਯੋਗਦਾਨ ਹੋਵੇਗਾ। ਔਰ ਐਸੇ ਸੱਜਣਾਂ ਤੋਂ ਜੇ ਮੈਂ ਕੁਝ ਲੁਕਾ ਕੇ ਰੱਖਾਂ, ਜੇ ਮੈਂ ਉਹਨਾਂ ਤੋਂ ਕੋਈ ਪਰਦਾ ਰੱਖਾਂ ਜਾਂ ਓਹਲਾ ਰੱਖਾਂ, ਕੁਝ ਲੁਕਾਉਣ ਦਾ, ਕੁਝ ਛੁਪਾਉਣ ਦਾ ਯਤਨ ਕਰਾਂ, ਤੇ ਫਰੀਦ ਸਾਹਿਬ ਆਖਦੇ ਮੇਰੀ ਜਿੰਦ ਇਉਂ ਸੜਦੀ ਹੈ ਜਿਵੇਂ ਤਪਦੇ ਹੋਏ ਕੋਲਿਆਂ ਦੇ ਉੱਪਰ ਮਜੀਠ ਸੜਦਾ ਹੈ। ਮਜੀਠ ਇੱਕ ਵੇਲ ਦਾ ਨਾਮ ਹੈ ਜਿਸ ਦੀ ਟਾਹਣੀ ਦੇ ਵਿੱਚੋਂ ਲਾਲ ਰੰਗ ਨਿਕਲਦਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਕੇ ਉਹਦਾ ਰੰਗ ਤਿਆਰ ਕੀਤਾ ਜਾਂਦਾ ਤੇ ਵੱਖ-ਵੱਖ ਮਹਿੰਗੇ ਤੇ ਵਧੀਆ ਕਿਸਮ ਦੇ ਕੱਪੜਿਆਂ ਨੂੰ ਉਹਦਾ ਰੰਗ ਚੜ੍ਹਾਇਆ ਜਾਂਦਾ ਹੈ। ਉਹਨੂੰ ਮਜੀਠ ਆਖਦੇ ਨੇ। ਜਦੋਂ ਵੀ ਬਾਣੀ ਵਿੱਚ ਮਜੀਠ ਦਾ ਜ਼ਿਕਰ ਆਇਆ ਤੇ ਉਹਦੀ ਸੰਗਿਆ ਜਿਹੜੀ ਹੈ, ਜਾਂ ਫਿਰ ਮਜੀਠ ਦਾ ਜਦੋਂ ਵੀ ਬਾਣੀ ਵਿੱਚ ਜ਼ਿਕਰ ਕਰਦੇ ਨੇ ਗਰੀਬ ਨਵਾਜ਼ ਉਦਾਹਰਣ ਦੇ ਤੌਰ ਤੇ ਉਸ ਵਕਤ ਕਰਤਾਰ ਦੇ ਨਾਮ ਨੂੰ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮਜੀਠ ਆਖਦੇ ਨੇ, ਕਿਉਂਕਿ ਮਜੀਠ ਦੀ ਇੱਕ ਆਪਣੀ ਕੁਆਲਿਟੀ ਹੈ ਕਿ ਉਹਦਾ ਰੰਗ ਬਹੁਤ ਪੱਕਾ ਹੁੰਦਾ ਹੈ। ਜਿਸ ਕੱਪੜੇ ਦੇ ਉੱਪਰ ਮਜੀਠ ਦਾ ਰੰਗ ਚੜ੍ਹ ਗਿਆ ਉਹ ਦੁਬਾਰਾ ਕੱਪੜੇ ਤੋਂ ਰੰਗ ਉਤਰਦਾ ਹੀ ਨਹੀਂ। ਇਸੇ ਤਰ੍ਹਾਂ ਮਹਾਰਾਜ ਨੇ ਬਾਣੀ ਵਿੱਚ ਆਖਿਆ ਵੀ ਜਿਹੜਾ ਕਰਤਾਰ ਦਾ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹ ਮਜੀਠ ਦਾ ਰੰਗ ਹੈ। ਜਿਨ੍ਹਾਂ ਦੀ ਸੁਰਤ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਇਹ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦਾ ਰੰਗ ਲੱਗ ਗਿਆ, ਇਹ ਵੀ ਕਦਾਚਿਤ ਵੀ ਉਤਰਦਾ ਨਹੀਂ। ਔਰ ਮਹਾਰਾਜ ਨੇ ਇਹ ਵੀ ਬਾਣੀ ਵਿੱਚ ਆਖਿਆ, ਰੰਗ ਲਾਗਤ 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 ਹੈ। ਰੰਗ ਲੱਗਦਾ ਜ਼ਰੂਰ ਹੈ ਪਰ ਸਹਿਜੇ 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 ਇਹ ਰੰਗ ਲੱਗਦਾ ਹੈ। ਜਿਨ੍ਹਾਂ ਦੇ ਜੀਵਨ ਇਖਲਾਕ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਰੰਗ ਆ ਗਿਆ, ਉਹ ਪੁਕਾਰ ਕੇ ਆਖਦੇ ਨੇ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ। ਤੇਰਾ ਨਾਮ ਜਿਹੜਾ ਉਹ ਮਜੀਠ ਹੈ ਤੇ ਮੇਰਾ ਜੀਵਨ ਕਰਤਾਰ ਦਾ ਜਿਹੜਾ ਚੋਲਾ ਹੈ, ਤੇਰੇ ਨਾਮ ਰੂਪ ਇਸ ਮਜੀਠ ਦੇ ਨਾਲ ਰੰਗਿਆ ਗਿਆ ਹੈ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ। ਜਿਨ੍ਹਾਂ ਦੇ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਰੂਪ ਮਜੀਠ ਦੇ ਨਾਲ ਚੋਲੇ, ਜੀਵਨ ਰੂਪ ਚੋਲੇ ਰੰਗੇ ਗਏ, ਉਹਨਾਂ ਤੋਂ ਕਦੇ ਕੰਤ ਵੱਖਰਾ ਨਹੀਂ ਹੁੰਦਾ, ਉਹਨਾਂ ਦੇ ਪਾਸ ਹੀ ਰਹਿੰਦਾ ਹੈ। ਅਰਜ਼ ਕਰਨ ਲੱਗਾ ਸੀ, ਭਗਤ ਫਰੀਦ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਮਜੀਠ ਦਾ, ਹੇੜਾ ਜਲੇ ਮਜੀਠ ਜਿਉਂ। ਜਿਵੇਂ ਮਜੀਠ ਕੋਲਿਆਂ ਦੇ ਉੱਪਰ ਮੱਚਦਾ ਏ, ਸੜਦਾ ਏ, ਕਲਪਦਾ ਏ। ਤੇ ਕਹਿਣ ਲੱਗੇ, ਜੇ ਮੈਂ ਆਏ ਹੋਏ ਘਰ ਵਿੱਚ ਆਏ ਹੋਏ ਮਹਿਮਾਨਾਂ ਤੋਂ, ਆਏ ਹੋਏ ਮਿੱਤਰਾਂ ਤੋਂ, ਆਏ ਹੋਏ ਅਬਲਾਖੀਆਂ ਤੋਂ, ਆਏ ਹੋਏ ਅਭਿਆਗਤ ਜਨਾਂ ਤੋਂ ਜੇ ਮੈਂ ਕੁਝ ਲੁਕਾ ਕੇ ਰੱਖਾਂ, ਭਾਵ ਜੇ ਮੈਂ ਉਹਨਾਂ ਤੋਂ ਪਰਦਾ ਰੱਖ ਜਾਵਾਂ, ਜੇ ਮੈਂ ਉਹਨਾਂ ਦੇ ਆਉਣ 'ਤੇ ਨਫ਼ਰਤ ਕਰਾਂ, ਉਹਨਾਂ ਦੇ ਆਉਣ 'ਤੇ ਮੈਂ ਕਿਸੇ ਤਰ੍ਹਾਂ ਦੀ ਉਕਾਈ ਕਰਾਂ, ਤੇ ਮੇਰਾ ਅੰਦਰ ਇਉਂ ਸੜਦਾ ਹੈ ਜਿਵੇਂ ਅੱਗ ਦੇ ਉੱਪਰ ਮਜੀਠ ਸੜਦਾ ਹੈ। ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ।
ਜਿਵੇਂ ਬਲਦੀਆਂ ਹੋਈਆਂ ਮਗਦੀਆਂ ਹੋਈਆਂ ਅੰਗਿਆਰੀਆਂ ਦੇ ਉੱਪਰ ਮਜੀਠ ਤਪਦਾ ਹੈ, ਸੜਦਾ ਹੈ, ਕਰੁੱਝਦਾ ਹੈ, ਇੱਦਾਂ ਹੀ ਮੇਰਾ ਅੰਤਰ ਆਤਮਾ ਭਾਵ ਮੈਂ ਅੰਦਰੋਂ ਦੁਖੀ ਹੁੰਦਾ ਹਾਂ। ਅਸਲ ਵਿੱਚ ਉਹਨਾਂ ਦੀ ਅਵਸਥਾ ਦਾ ਬਾਣੀ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਹੈ। ਜਿਹੜੇ ਸੱਜਣ ਜਨ, ਜਿਹੜੇ ਗੁਰਮੁਖ ਜਨ ਦੂਜਿਆਂ ਨੂੰ ਆਓ ਭਗਤ ਕਰਦੇ ਨੇ, ਜੀਓ ਆਇਆ ਆਖਦੇ ਨੇ, ਵੈਲਕਮ ਆਖਦੇ ਨੇ, ਦੂਜਿਆਂ ਦੀ ਆਮਦ ਵਿੱਚ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਵੀ ਜਦੋਂ ਕੋਈ ਰੱਬ ਦਾ ਪਿਆਰਾ ਭਗਤ ਜਨ ਉਹਦੀਆਂ ਦਹਲੀਜ਼ਾਂ ਦੇ ਉੱਪਰ ਕਦਮ ਰੱਖਦਾ ਹੈ ਤੇ ਉਹ ਗਦ-ਗਦ ਹੋ ਉੱਠਦਾ ਹੈ। ਉਹਦੀ ਖੁਸ਼ੀ ਦਾ ਕੋਈ ਕਿਨਾਰਾ ਨਹੀਂ ਰਹਿੰਦਾ, ਉਹਦੀ ਖੁਸ਼ੀ ਦੇ ਨਾਲ ਭੰਡਾਰ ਭਰ ਜਾਂਦੇ ਨੇ। ਉਹ ਤਾਂ ਫੁੱਲਿਆ ਹੀ ਨਹੀਂ ਸਮਾਉਂਦਾ, ਇੰਨਾ ਖੁਸ਼ ਹੁੰਦਾ ਵਾ। ਉਹ ਅਰਜ਼ ਕਰਦਾ ਰੱਬ ਦੇ ਅੱਗੇ, ਸੱਚਾ ਪਾਤਸ਼ਾਹ ਤੂੰ ਮਿਹਰਮਤ ਕੀਤੀ ਹੈ, ਇਹਨਾਂ ਗੁਰਮੁਖ ਜਨਾਂ ਦੇ ਕਦਮ ਮੇਰੇ ਘਰ ਦੀਆਂ ਦਹਲੀਜ਼ਾਂ ਦੇ ਉੱਪਰ ਪਏ ਨੇ। ਇਹ ਗੁਰਮੁਖ ਜਨ ਮੇਰੇ ਘਰ ਵਿੱਚ ਪ੍ਰਵੇਸ਼ ਕੀਤੇ ਨੇ। ਮੈਂ ਸਦਕੇ ਜਾਂਦਾ ਹਾਂ, ਮੈਂ ਵਾਰਨੇ ਜਾਂਦਾ ਹਾਂ, ਮੈਂ ਬਲਹਾਰ ਜਾਂਦਾ ਹਾਂ। ਇਸ ਗੱਲ ਤੋਂ ਮੇਰੀ ਤਾਂ ਬੜੀ ਵੱਡੀ, ਇਉਂ ਕਹਿ ਸਕਦੇ ਵੀ ਮੇਰੀ ਤਾਂ ਇਸ ਵਕਤ ਬੜੀ ਵੱਡੀ ਖੁਸ਼ੀ ਹੈ ਜਿਸ ਦਾ ਕੋਈ ਆਲਾ ਦੁਆਲਾ, ਕਿਨਾਰਾ, ਮਾਪਦੰਡ, ਗਿਣਤੀ ਮਿਰਤੀ ਹੈ ਹੀ ਨਹੀਂ ਹੈ। ਇੰਨੀ ਮੇਰੀ ਖੁਸ਼ੀ ਦੀ ਸੀਮਾ ਬੜੀ ਵੱਡੀ ਹੈ, ਉਹਦਾ ਤਾਂ ਮਿਣਤੀ ਨਹੀਂ ਕੀਤੀ ਜਾ ਸਕਦੀ। ਪਰ ਇਹ ਬਣੀ ਕਦੋਂ ਹੈ? ਜਦ ਉਹਨਾਂ ਸੱਜਣਾ ਦੇ ਆਉਣ ਤੇ ਮੇਰੇ ਮਨ ਅੰਦਰ ਇਹ ਖਿਆਲ ਆਇਆ ਵੀ ਤੂੰ ਖੁਦ ਕਰਤਾਰ ਮੇਰੇ ਘਰ ਵਿੱਚ ਚੱਲ ਕੇ ਆਇਆ। ਉਹਨਾਂ ਗੁਰਮੁਖਾਂ ਦੇ ਆਉਣ ਤੇ ਮੈਨੂੰ ਇੰਨੀ ਖੁਸ਼ੀ ਹੋਈ ਹੈ। ਪਰ ਜੇ ਮੈਂ ਉਹਨਾਂ ਦੇ ਆਉਣ ਤੇ ਕੁਝ ਲੁਕਾ ਲਵਾਂ, ਜੇ ਮੈਂ ਉਹਨਾਂ ਦੇ ਆਉਣ ਤੇ ਕੋਈ ਪਰਦਾ ਕਰਾਂ, ਆਖਾਂ ਕਿ ਇਹ ਆਏ ਕਿਉਂ ਨੇ, ਇਹਨਾਂ ਦੇ ਆਉਣ ਨਾਲ ਮੇਰਾ ਨੁਕਸਾਨ ਹੈ, ਇਹ ਆਉਣਗੇ ਤਾਂ ਮੇਰਾ ਸਮਾਂ ਬਰਬਾਦ ਹੋਵੇਗਾ। ਜਦ ਮੈਂ ਅਜਿਹੀਆਂ ਗੱਲਾਂ ਮਨ ਵਿੱਚ ਪੈਦਾ ਕਰਦਾ ਤੇ ਕਹਿੰਦੇ ਮੇਰੀ ਫਿਰ ਜਿੰਦ ਧੁਖਦੀ ਹੈ, ਮੇਰੀ ਜਿੰਦ ਸੜਦੀ ਹੈ, ਮੇਰਾ ਅੰਤਰ ਆਤਮਾ ਆਪਾ ਭਾਵ ਜਿਹੜਾ ਹੈ, ਅੰਤਰੋਂ ਅੰਤਰ ਆਤਮੇ ਤੋਂ ਮੈਂ ਦੁਖੀ ਹੁੰਦਾ ਹਾਂ। ਅੰਦਰ ਮੇਰਾ ਕਲਪਦਾ ਹੈ, ਅੰਦਰ ਮੇਰਾ ਸੜਦਾ ਹੈ। ਮੇਰੀ ਆਤਮਾ ਇਜਾਜ਼ਤ ਨਹੀਂ ਦਿੰਦੀ ਕਿ ਆਏ ਗੁਰਮੁਖਾਂ ਦੀ ਤੂੰ ਸੇਵਾ ਭਗਤ ਨਾ ਕਰ। ਜੇ ਤੇਰੇ ਕੋਲ ਸੇਵਾ ਭੁਗਤ ਹੀ ਨਹੀਂ ਹੈ ਤਾਂ ਫਿਰ ਤੇ ਹੈ ਵੀ ਕੁਝ ਨਹੀਂ ਤੇਰੇ ਕੋਲ। ਸੋ ਭਗਤ ਫਰੀਦ ਸਾਹਿਬ ਜੀ ਨੇ ਜਦੋਂ ਇਸ ਸ਼ਲੋਕ ਦੇ ਵਿੱਚ ਆਏ ਹੋਏ ਉਹਨਾਂ ਸੱਜਣਾ ਮਹਿਮਾਨਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦੇ ਆਉਣ ਨਾਲ ਜੀਵਨ ਸਵਰਨਾ ਹੈ, ਜਿਨ੍ਹਾਂ ਦੇ ਆਉਣ ਨਾਲ ਜੀਵਨ ਦੇ ਵਿੱਚ ਮਾਰਗ ਦਰਸ਼ਨ ਹੋਣਾ ਹੈ, ਤੇ ਉਹਨਾਂ ਦੇ ਆਉਣ ਤੇ ਖੁਸ਼ੀ ਜਿਹੜੀ ਹੈ ਉਹ ਪ੍ਰਗਟ ਕੀਤੀ ਜਾਂਦੀ ਹੈ। ਪਰ ਜੇ ਉਹਨਾਂ ਦੇ ਆਉਣ ਤੇ ਇਹ ਅਫਸੋਸ ਹੋਵੇ ਵੀ ਆਏ ਕਿਉਂ ਨਹੀਂ, ਜੇ ਉਹਨਾਂ ਦੇ ਆਉਣ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ, ਜੇ ਉਹਨਾਂ ਦੇ ਆਉਣ ਤੇ ਹੀ ਮਨ ਵਿੱਚ ਇਹ ਖਿਆਲ ਆਇਆ ਵੀ ਇਹ ਆਏ ਕਿਉਂ ਨਹੀਂ ਸੀ ਆਉਣੇ ਚਾਹੀਦੇ, ਤਾਂ ਫਿਰ ਸੱਚ ਜਾਣਿਓ ਵੀ ਜਿੰਦ ਸਾਰੀ ਜ਼ਿੰਦਗੀ, ਇੱਕ ਦਿਨ ਨਹੀਂ ਸਾਰੀ ਜ਼ਿੰਦਗੀ ਦੁੱਖਾਂ ਦਾ ਘਰ ਬਣ ਜਾਂਦੀ ਹੈ। ਗੁਰਮੁਖ ਜਨਾਂ ਨੇ ਜਦੋਂ ਗੁਰੂ ਚਰਨਾਂ 'ਚ ਅਰਦਾਸ ਕੀਤੀ ਤੇ ਅਰਦਾਸ ਦੇ ਅਖੀਰਲੇ ਬੋਲ ਉਹਨਾਂ ਨੇ ਇਹ ਲਿਖੇ ਔਰ ਜੀਵਨ 'ਚ ਕਮਾਏ ਵੀ ਨੇ। ਅਰਦਾਸ ਦੇ ਬੋਲ ਸਨ, ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇੱਥੇ ਹੀ ਬਸ ਨਹੀਂ, ਮੈਂ ਵਿਆਖਿਆ ਇਹਦੀ ਬਾਅਦ ਵਿੱਚ ਕਰਾਂਗਾ। ਮੈਂ ਜ਼ਿਕਰ ਕਰ ਦੇਵਾਂ ਕਿਉਂਕਿ ਬਾਣੀ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ। ਆਏ ਮਿਲ ਗੁਰ ਸਿੱਖ, ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ, ਮੇਰੇ ਗੁਰੂ ਦੇ ਪਿਆਰਿਆ ਤੂੰ ਆ ਮੈਨੂੰ ਮਿਲ। ਤੇ ਜਦੋਂ ਤੂੰ ਮੈਨੂੰ ਆ ਕੇ ਮਿਲੇਗਾ ਤੇ ਮੈਨੂੰ ਗੁਰੂ ਦੀ ਗੱਲ ਸੁਣਾਵੇਂਗਾ, ਮੈਨੂੰ ਕੋਈ ਗੁਰੂ ਦੀ ਬਾਤ ਸੁਣਾਵੇਂਗਾ, ਤੇ ਮੇਰਾ ਤਪਦਾ ਹੋਇਆ ਅੰਦਰ ਜਿਹੜਾ ਉਦੋਂ ਸ਼ਾਂਤ ਹੋਵੇਗਾ। ਤੇ ਤਪਦੇ ਹਿਰਦਿਆਂ ਤੇ ਅੰਮ੍ਰਿਤ ਨਾਮ ਦਾ ਜਲ ਦਾ ਜਦੋਂ ਛੱਟਾ ਦੇਵੇਂਗਾ ਤੇ ਇਹ ਤਪਦਾ ਹਿਰਦਾ ਜਿਹੜਾ ਠੰਡਕ ਦੇ ਵਿੱਚ ਤਬਦੀਲ ਹੋ ਜਾਵੇਗਾ। ਇਸ ਲਈ ਤੂੰ ਆ ਮੇਰੇ ਹਿਰਦੇ ਘਰ ਵਿੱਚ ਆ ਕੇ ਸ਼ਾਂਤੀ ਪੈਦਾ ਕਰ। ਸੁਭਾਵਕ ਲੋਕ
ਕੋਈ ਵਿਅਕਤੀ ਦੁਖੀ ਹੋਵੇ ਤਾਂ 4-10 ਬੰਦੇ ਇਕੱਠੇ ਹੋ ਕੇ ਉਹਨੂੰ ਆਪਣੇ ਵਿੱਚ ਬਿਠਾਉਂਦੇ ਨੇ, ਕਹਿੰਦੇ ਗੱਲਾਂ ਹੀ ਬਦਲ ਦਿਓ, ਮੈਟਰ ਬਦਲ ਦਿਓ, ਵਿਸ਼ਾ ਬਦਲ ਦਿਓ, ਇਹਦੇ ਦੁੱਖ ਵਾਲੇ ਵਿਸ਼ੇ ਤੇ ਪਰਦਾ ਪਾ ਦਿਓ, ਇਹਦੇ ਕੋਲ ਚੰਗੀਆਂ ਪੋਜ਼ਿਟਿਵ ਗੱਲਾਂ ਕਰੋ, ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰੋ, ਦੁੱਖਾਂ ਵਾਲੀਆਂ ਨਹੀਂ ਸੁੱਖ ਦੀਆਂ ਗੱਲਾਂ ਕਰੋ, ਤਾਂ ਕਿ ਇਹਦਾ ਅੰਦਰੋਂ ਅੰਤਰ ਆਤਮਾ ਹੀ ਬਦਲ ਜਾਵੇ, ਇਹਦੇ ਦੁੱਖ ਬਦਲ ਕੇ ਸੁੱਖਾਂ ਵਿੱਚ ਤਬਦੀਲ ਹੋ ਜਾਣ। ਇਹਦੇ ਕੋਲ ਢਹਿੰਦੀ ਕਲਾ ਵਾਲੀ ਗੱਲ ਨਾ ਕਰੋ, ਇਹਦੇ ਕੋਲ ਚੜ੍ਹਦੀ ਕਲਾ ਵਾਲੀ ਗੱਲ ਕਰੋ। ਗੁਰਮੁਖਾਂ ਦੀ ਉਡੀਕ ਵਿੱਚ ਬੈਠਾ ਹੋਇਆ ਉਹ ਧਰਮੀ ਮਨੁੱਖ ਮਨ ਵਿੱਚ ਇਹ ਸੋਚਦਾ ਹੈ, ਗੁਰਮੁਖ ਜਨ ਆਉਣ, ਰੱਬ ਦੇ ਪਿਆਰੇ ਆਉਣ, ਮੇਰੇ ਘਰ ਵਿੱਚ ਰੱਬ ਦੀ ਕੀਰਤੀ ਹੋਵੇ, ਮੇਰਾ ਹਿਰਦਾ ਤਪਦਾ ਜਿਹੜਾ ਸ਼ਾਂਤ ਹੋ ਜਾਵੇ, ਇਸ ਹਿਰਦੇ ਦੇ ਅੰਦਰੋਂ ਵਿਕਾਰਾਂ ਦੀ ਤਪਸ਼ ਦੂਰ ਹੋਵੇ ਤੇ ਮੈਂ ਆਪਣੇ ਮਾਲਕ ਵਾਹਿਗੁਰੂ ਦੇ ਅੰਮ੍ਰਿਤ ਨਿਰਮਲ ਜਲ ਦੇ ਨਾਲ ਆਪਣੇ ਆਪ ਨੂੰ ਠੰਡਕ ਵਿੱਚ ਤਬਦੀਲ ਕਰ ਲਵਾਂ। ਤੇ ਬਚਨ ਆਖਿਆ, ਆਏ ਮਿਲ ਗੁਰ ਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਮੇਰੇ ਪਿਆਰੇ, ਮੇਰੇ ਸਤਿਗੁਰੂ ਮਹਾਰਾਜ ਦੇ ਪਿਆਰੇ, ਉਹਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਏ ਗੁਰਮੁਖ ਜਨ, ਆ ਤੂੰ ਮੈਨੂੰ ਇੱਕ ਵਾਰ ਮਿਲ, ਤੇ ਤੇਰੇ ਮਿਲਣ ਦੇ ਨਾਲ, ਤੇਰੇ ਆਉਣ ਦੇ ਨਾਲ ਮੈਨੂੰ ਬੜੀ ਵੱਡੀ ਪ੍ਰਾਪਤੀ ਤੇ ਬੜਾ ਵੱਡਾ ਲਾਭ ਹੋਵੇਗਾ। ਇਸੇ ਲਈ ਤਾਂ ਬਾਣੀ ਦੇ ਵਿੱਚ ਬਚਨ ਕੀਤਾ, ਜੋ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀਓ। ਜਿਹੜਾ ਮੈਨੂੰ ਗੁਰੂ ਦਾ ਸਿੱਖ ਦਿਸਦਾ, ਮੈਂ ਉਹਦੇ ਚਰਨਾਂ ਤੇ ਕਦਮਾਂ ਤੇ ਆਪਣਾ ਸਿਰ ਰੱਖ ਦਿਆਂ, ਤਿਸ ਨਿਵ ਨਿਵ ਲਾਗਾਂ ਪਾਏ ਜੀਓ। ਕਿਉਂਕਿ ਗੁਰੂ ਦੇ ਪਿਆਰਿਆਂ ਨੂੰ ਮਿਲਣ ਦਾ ਹੀ ਅਸਲ ਵਿੱਚ ਲਾਭ ਇਹ ਹੁੰਦਾ ਵੀ ਉਹਨਾਂ ਨਾਲ ਮਿਲ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ, ਕਈ ਤਰ੍ਹਾਂ ਦੇ ਮਾਨਸਿਕ ਰੋਗ, ਕਈ ਤਰ੍ਹਾਂ ਦੇ ਅੰਧ ਵਿਸ਼ਵਾਸ ਵਾਲੇ ਜਿਹੜੇ ਵਿਚਾਰ ਨੇ ਉਹ ਬਦਲ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਤੇ ਭਗਤ ਫਰੀਦ ਸਾਹਿਬ ਜੀ ਨੇ ਜਿਹੜਾ ਅੱਜ ਦੇ ਇਸ ਪਾਵਨ ਸ਼ਲੋਕ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਉਹ ਇਹ ਹੀ ਆਖਿਆ ਵੀ ਜੇ ਮੈਂ ਹੁੰਦਾ ਵਾਰਿਆ, ਜੇ ਮੈਂ ਆਪਣੇ ਪਿਆਰਿਆਂ ਤੋਂ ਕੁਝ ਲੁਕਾ ਛੱਡਿਆ ਹੁੰਦਾ ਜਾਂ ਲੁਕਾ ਰੱਖਾਂ, ਤੇ ਮੇਰੀ ਤਾਂ ਹਾਲਤ ਉਸ ਮਜੀਠ ਵਰਗੀ ਬਣਦੀ ਹੈ। ਪਰ ਅੱਜ ਮਨੁੱਖ ਨੇ ਸਾਹਮਣੇ ਪ੍ਰਗਟ ਕੀ ਕੀਤਾ ਹੈ, ਸਾਰਾ ਕੁਝ ਤਾਂ ਲੁਕਾ ਕੇ ਰੱਖਿਆ ਨਾ। ਮਾਫ ਕਰਿਓ ਜੇ ਆਪਾਂ ਇਸ ਸ਼ਲੋਕ ਦੇ ਭਾਵ ਅਰਥਾਂ ਨੂੰ ਸਮਝੀਏ ਤਾਂ ਭਾਵ ਅਰਥ ਇਹਦੇ ਇਹ ਨੇ ਵੀ ਜੇ ਮੈਂ ਗੁਣਾਂ ਦੀ ਆਮਦ ਤੇ ਦੁਖੀ ਹੋਵਾਂ, ਜੇ ਕੋਈ ਮਨੁੱਖ ਮੈਨੂੰ ਆਣ ਕੇ ਸੱਦਾ ਦੇਣ ਲੱਗੇ ਵੀ ਤੇਰੇ ਘਰ ਵਿੱਚ ਚੰਗੀ ਚੀਜ਼ ਆਉਣ ਵਾਲੀ ਹੈ, ਤੇਰੇ ਘਰ ਦੇ ਵਿੱਚੋਂ ਬਿਮਾਰੀ ਬਾਹਰ ਨਿਕਲੇਗੀ, ਤੰਦਰੁਸਤੀ ਆਵੇਗੀ, ਤੇ ਬੰਦਾ ਤੰਦਰੁਸਤੀ ਦੇ ਆਉਣ ਤੇ ਦੁਖੀ ਹੋ ਜਾਵੇ, ਤੇ ਉਹਨੂੰ ਤਾਂ ਬੰਦਾ ਹੀ ਕੋਈ ਸਾਰੀ ਜ਼ਿੰਦਗੀ ਸੁਖੀ ਨਹੀਂ ਕਰ ਸਕਦਾ। ਕੋਈ ਮਨੁੱਖ ਸਾਡਾ ਦਰਵਾਜ਼ਾ ਖੜਕਾ ਕੇ ਇਉਂ ਆ ਕੇ ਆਖੇ ਵੀ ਤੁਹਾਡੇ ਘਰ ਦੇ ਵਿੱਚ ਤੇ ਬਹੁਤ ਚੰਗਾ ਕਾਰਜ, ਨੇਕ ਕਾਰਜ ਹੋਣ ਜਾ ਰਿਹਾ ਹੈ, ਅਸੀਂ ਉਹਦੀ ਇੰਨੀ ਗੱਲ ਸੁਣ ਕੇ ਦੁਖੀ ਹੋ ਜਾਈਏ ਵੀ ਤੂੰ ਕੌਣ ਹੈ ਸਾਡੇ ਘਰ ਦੀ ਮਰਿਆਦਾ ਦੇ ਬਾਰੇ ਦੱਸਣ ਵਾਲਾ। ਅਸੀਂ ਉਹਦੀ ਇਹ ਗੱਲ ਸੁਣ ਕੇ ਦੁਖੀ ਹੋਈਏ ਤੇ ਸਾਨੂੰ ਸੁਖੀ ਕਰਨ ਵਾਲਾ ਕੋਈ ਨਹੀਂ ਹੋਵੇਗਾ। ਸੱਚਮੁੱਚ ਇਦਾਂ ਜਦੋਂ ਮਹਾਰਾਜ ਦੀ ਬਾਣੀ, ਸੱਚਾ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸਾਡੇ ਹਿਰਦੇ ਘਰ ਦੇ ਵਿੱਚ ਗੁਣਾਂ ਦੀ ਆਮਦ ਦੀ ਗੱਲ ਕਰਦੇ ਨੇ ਵੀ ਤੇਰੇ ਘਰ ਵਿੱਚ ਗੁਣ ਟਿਕਣਗੇ, ਤੇ ਜੇ ਇਹਨਾਂ ਗੁਣਾਂ ਨੂੰ ਆਪਣੇ ਹਿਰਦੇ ਘਰ ਵਿੱਚ ਤੂੰ ਥਾਂ ਨਹੀਂ ਨਾ ਦੇਵੇਂਗਾ, ਸਾਰੀ ਜ਼ਿੰਦਗੀ ਇਹ ਜਿੰਦ ਇਉਂ ਧੁਖਦੀ ਰਹੇਗੀ ਜਿਵੇਂ ਗਿੱਲੇ ਗੋਹੇ ਨੂੰ ਅੱਗ ਲੱਗ ਜਾਂਦੀ ਹੈ, ਰੂੜੀ ਨੂੰ ਅੱਗ ਲੱਗ ਜਾਂਦੀ ਹੈ ਤੇ ਕਦੀ ਬੁਝਦੀ ਨਹੀਂ। ਉਹ ਸਹਿਜੇ ਸਹਿਜੇ ਨਾ ਅੱਗ ਬਲਦੀ ਹੈ ਤੇ ਨਾ ਉਹ ਬੁਝਦੀ ਹੈ, ਧੁਖਦੀ ਰਹਿੰਦੀ ਹੈ, ਧੁਖਦੀ ਰਹਿੰਦੀ ਸਦਾ। ਫਿਰ ਮਨੁੱਖ ਦੀ ਜਿੰਦ ਵੀ ਗਿੱਲੇ ਗੋਹੇ ਵਾਂਗ ਧੁਖਦੀ ਰਹਿੰਦੀ ਹੈ, ਸਦਾ ਹੀ ਧੁਖਦਾ ਰਹਿੰਦਾ ਹੈ ਅੰਦਰੋਂ, ਨਾ ਕਿਸੇ ਨੂੰ ਦੱਸ ਪਾਉਂਦਾ ਹੈ, ਨਾ ਕਿਸੇ ਦੀ ਸੁਣਦਾ ਹੈ, ਨਾ ਕਿਸੇ ਨਾਲ ਹੱਸਦਾ ਹੈ, ਨਾ ਕਿਸੇ ਨਾਲ ਬੋਲਦਾ ਹੈ। ਔਰ ਉਹਦਾ ਇੰਨਾ ਕੁ ਭਿਆਨਕ ਤੇ ਖਤਰਨਾਕ ਦੁੱਖ ਬਣ ਜਾਂਦਾ ਹੈ ਜਿਹੜਾ ਸਾਰੀ ਜ਼ਿੰਦਗੀ ਉਹਦਾ ਕੀਤਾ ਹੋਇਆ ਹੀ ਉਹਨੂੰ ਦੁਖੀ ਕਰਦਾ ਰਹਿੰਦਾ ਹੈ। ਕੋਈ ਦੁੱਖ ਨਹੀਂ ਦਿੰਦਾ ਉਹਨੂੰ, ਸਿਰਫ ਉਹਦੇ ਆਪਣੇ ਹੀ ਦੁੱਖ ਜਿਹੜੇ ਉਹਨੂੰ ਸਾਰੀ ਜ਼ਿੰਦਗੀ ਦੁਖੀ ਕਰਦੇ ਨੇ। ਜਿਹਨੂੰ ਮਹਾਰਾਜ ਦੀ ਬਾਣੀ ਨੇ ਆਖਿਆ, ਕੀਤਾ ਆਪੋ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ।
ਮਨ ਭਾਉਂਦੀਆਂ ਗੱਲਾਂ ਦੇ ਵਿੱਚੋਂ ਜੋ ਜੋ ਕੁਝ ਖੱਟਿਆ, ਮਨ ਭਾਉਂਦੇ ਕੰਮਾਂ ਦੇ ਵਿੱਚੋਂ ਜੋ ਜੋ ਰਿਜ਼ਲਟ ਪੇਸ਼ ਹੋਇਆ, ਮਨ ਭਾਉਂਦਿਆਂ ਕੰਮਾਂ ਦੇ ਵਿੱਚੋਂ ਜਿਹੜੀ ਜਿਹੜੀ ਪ੍ਰਾਪਤੀ ਹੋਈ, ਉਹਦੇ ਆਧਾਰ 'ਤੇ ਤੇਰਾ ਰਸਤਾ ਖੁੱਲ੍ਹਾ ਤੇ ਭੀੜਾ ਹੋਣਾ ਹੈ। ਉਹਦੇ ਆਧਾਰ 'ਤੇ ਤੇਰਾ ਭਵਿੱਖ ਬਣਨਾ ਹੈ। ਭਵਿੱਖ ਦਾ ਤੈਅ ਹੋਣਾ ਉਹਨਾਂ ਕੰਮਾਂ ਦੇ ਆਧਾਰ 'ਤੇ। ਜਿਹੋ ਜਿਹੋ ਜਿਹਾ ਕਰਮ ਕਰਨਾ ਹੈ, ਉਸ ਕਰਮ ਦੇ ਆਧਾਰ 'ਤੇ ਤੇਰਾ ਭਵਿੱਖ ਤੈਅ ਹੁੰਦਾ ਜਾਂਦਾ ਹੈ। ਚੰਗਾ ਕਰਮ ਹੈ ਤੇ ਭਵਿੱਖ ਚੰਗਾ ਬਣਦਾ ਜਾਂਦਾ, ਮਾੜਾ ਕਰਮ ਹੈ ਤੇ ਭਵਿੱਖ ਬਰਬਾਦ ਹੁੰਦਾ ਜਾਂਦਾ ਹੈ। ਸੋ ਗਰੀਬ ਨਵਾਜ ਮਹਾਰਾਜ ਨੇ ਬਖਸ਼ਿਸ਼ ਕੀਤੀ। ਜਦੋਂ ਸਤਿਗੁਰੂ ਆਖਦੇ ਵੀ ਜੇ ਕਿਧਰੇ ਤੂੰ ਕਰਮ ਕਰਕੇ ਇਉਂ ਵੀ ਆਖ ਦੇਵੇਂ, ਇਉਂ ਵੀ ਕਿਧਰੇ ਦੂਜਿਆਂ ਵਿੱਚ ਤੂੰ ਆਖ ਦੇਵੇਂ ਵੀ ਕਰਮ ਤਾਂ ਮੈਂ ਕੀਤਾ ਸੀ, ਪਰ ਇਸ ਕਰਮ ਦਾ ਫਲ ਮੈਨੂੰ ਮਿਲਣਾ ਚਾਹੀਦਾ ਹੈ, ਜਾਂ ਤੂੰ ਇਉਂ ਕਵੇਂ ਵੀ ਗਲਤੀ ਮੈਂ ਕੀਤੀ ਹੈ ਪਰ ਇਹਦਾ ਫਲ ਕਿਸੇ ਹੋਰ ਨੂੰ ਮਿਲਣਾ ਚਾਹੀਦਾ ਹੈ। ਵੈਸੇ ਬੰਦੇ ਦਾ ਸੁਭਾਅ ਜਿਹੜਾ ਉਹ ਇੱਥੇ ਕੁ ਟਿਕਿਆ ਹੈ, ਗਲਤੀ ਮੇਰੀ ਹੋਵੇ ਤੇ ਸਜ਼ਾ ਕਿਸੇ ਹੋਰ ਨੂੰ ਮਿਲੇ, ਮਿਹਨਤ ਕਿਸੇ ਦੀ ਹੋਵੇ ਤੇ ਫਲ ਮੈਨੂੰ ਮਿਲੇ। ਮਿਹਨਤ ਕੋਈ ਦੂਜਾ ਵਿਅਕਤੀ ਕਰੇ ਤੇ ਉਸ ਮਿਹਨਤ ਦਾ ਮੁੱਲ ਮੈਨੂੰ ਮਿਲਣਾ ਚਾਹੀਦਾ ਹੈ। ਮਾੜਾ ਕਰਮ ਮੈਂ ਕਰਾਂ, ਮਨ ਆਈਆਂ ਮੈਂ ਕਰਾਂ, ਤੇ ਉਹਦੀ ਸਜ਼ਾ ਕਿਸੇ ਦੂਜੇ ਨੂੰ ਮਿਲਣੀ ਚਾਹੀਦੀ ਹੈ। ਇਹ ਮਨੁੱਖੀ ਸੁਭਾਅ ਹੈ। ਔਰ ਐਸੇ ਸੁਭਾਅ ਦੇ ਵਿੱਚ ਜਦੋਂ ਗੁਣਾਂ ਦੀ ਆਮਦ ਹੋਣੀ ਹੁੰਦੀ ਹੈ, ਚੰਗਿਆਈ ਨੇ ਆ ਕੇ ਟਿਕਣਾ ਹੁੰਦਾ ਹੈ। ਤੇ ਜੇ ਚੰਗਿਆਈ ਦੇ ਆਉਣ ਤੇ ਬੰਦਾ ਦੁਖੀ ਹੋ ਗਿਆ ਤੇ ਸਮਝੋ ਉਹਨੂੰ ਕੋਈ ਸੁਖੀ ਨਹੀਂ ਕਰ ਸਕਦਾ। ਸੱਜਣ ਦੇ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਜੀ ਨੇ ਕੁਝ ਗੱਲਾਂ ਕੀਤੀਆਂ ਨੇ। ਸੱਜਣ ਦੇ ਨਾਲ ਕੁਝ ਵਿਚਾਰ ਹੋਏ ਨੇ, ਕੁਝ ਪ੍ਰਸ਼ਨ ਉੱਤਰ ਹੋਏ ਨੇ। ਕੁਝ ਸੱਜਣ ਨੇ ਆਪਣੀ ਜਗਿਆਸਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਪ੍ਰਗਟ ਕੀਤੀ ਹੈ। ਤੇ ਜਦੋਂ ਜਗਿਆਸਾ ਰੱਖ ਕੇ ਸਵਾਲ ਕੀਤਾ ਜਾਵੇ ਨਾ, ਤੇ ਉਸੇ ਸਿੱਖਣ ਦੀ ਭੁੱਖ ਰੱਖੀ ਹੁੰਦੀ ਹੈ, ਔਰ ਸਿੱਖਣ ਦਾ ਨਜ਼ਰੀਆ ਹੁੰਦਾ ਹੈ ਉੱਥੇ ਵੀ ਮੈਂ ਕੁਝ ਸਿੱਖਣ ਵਾਸਤੇ ਆਇਆ। ਜਦੋਂ ਜਗਿਆਸਾ ਰੱਖ ਕੇ ਪ੍ਰਸ਼ਨ ਕੀਤਾ ਜਾਵੇ ਤੇ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ। ਜਦੋਂ ਪ੍ਰਸ਼ਨ ਇਸ ਕਰਕੇ ਕੀਤਾ ਜਾਵੇ ਵੀ ਮੈਂ ਇਸ ਬੰਦੇ ਦਾ ਗਿਆਨ ਪਰਖਾਂਗਾ, ਜਾਂ ਇਹਦੀ ਵਿਦਿਆ ਨੂੰ, ਇਹਦੇ ਅੰਤਰ ਆਤਮੇ ਨੂੰ ਪਰਖਾਂਗਾ ਆਪਣਾ ਸਵਾਲ ਕਰਕੇ, ਉਦੋਂ ਕੁਝ ਪ੍ਰਾਪਤੀ ਨਹੀਂ, ਉਦੋਂ ਵਿਵਾਦ ਤੇ ਬਟਵਾਰੇ ਖੜੇ ਹੁੰਦੇ ਨੇ। ਉਦੋਂ ਉਹਦੇ ਵਿੱਚੋਂ ਬਖੇੜੇ ਖੜੇ ਹੁੰਦੇ ਨੇ, ਬੜੇ ਬੜੇ ਲੜਾਈਆਂ ਝਗੜੇ ਕਲੇਸ਼ ਧਰਮ ਦੇ ਨਾਮ ਤੇ ਆਰੰਭ ਹੋ ਜਾਂਦੇ ਨੇ। ਤੋ ਖੈਰ ਮੇਰਾ ਵਿਸ਼ਾ ਨਹੀਂ ਸੀ, ਮੈਂ ਜਿਹੜੀ ਅਰਜ਼ ਕਰ ਲੱਗਾ, ਮਨੁੱਖ ਦੇ ਜੀਵਨ ਵਿੱਚ ਜੇ ਖੁਸ਼ੀ ਆਉਣੀ ਹੋਵੇ ਤੇ ਮਨੁੱਖ ਆਪ ਹੀ ਖੁਸ਼ ਨਾ ਹੋਵੇ ਇਸ ਗੱਲ ਤੋਂ, ਉਹਨੂੰ ਦੁਨੀਆ ਦੀ ਕੋਈ ਤਾਕਤ ਖੁਸ਼ੀ ਨਹੀਂ ਦੇ ਸਕਦੀ। ਬਿਮਾਰ ਬੰਦਾ ਹੈ, ਉਹਨੂੰ ਕੋਈ ਆਣ ਕੇ ਕਹਿ ਦੇਵੇ ਕੰਨ ਵਿੱਚ ਤੇਰੇ ਘਰ ਵਿੱਚ ਤੰਦਰੁਸਤੀ ਆਉਣ ਵਾਲੀ ਹੈ, ਤੇ ਜੇ ਉਹ ਬੰਦਾ ਤੰਦਰੁਸਤੀ ਦਾ ਨਾਮ ਸੁਣ ਕੇ ਹੀ ਖੁਸ਼ ਨਹੀਂ ਹੋਇਆ, ਉਹਨੂੰ ਦੁਨੀਆ ਦਾ ਕੋਈ ਵਿਅਕਤੀ ਖੁਸ਼ ਨਹੀਂ ਕਰ ਸਕਦਾ। ਜਿਸ ਬੰਦੇ ਨੂੰ ਸੁੱਖ ਦਾ ਨਾਮ ਸੁਣ ਕੇ ਦੁਖੀ ਹੋਣਾ ਪੈਂਦਾ ਹੈ, ਜਿਹਨੂੰ ਖੁਸ਼ੀ ਦਾ ਨਾਮ ਸੁਣ ਕੇ ਦੁਖੀ ਹੋਣਾ ਪੈਂਦਾ ਹੈ, ਜਿਹਨੂੰ ਭਲੇ ਦਾ ਨਾਮ ਸੁਣ ਕੇ ਦੁਖੀ ਹੋਣਾ ਪੈਂਦਾ, ਜਿਹਨੂੰ ਚੰਗਿਆਈ ਦਾ ਨਾਮ ਸੁਣ ਕੇ ਦੁਖੀ ਹੋਣਾ ਪੈਂਦਾ, ਉਹ ਸੁਖੀ ਕਦੋਂ ਹੋਵੇਗਾ? ਕਦੇ ਵੀ ਨਹੀਂ ਹੋ ਸਕਦਾ। ਸੱਚਮੁੱਚ ਇਦਾਂ ਹੀ ਵਾਪਰ ਰਿਹਾ ਹੈ। ਅੱਜ ਦੇ ਸਮਾਜ ਦੀ ਹਾਲਤ ਜਿਹੜੀ ਇਦਾਂ ਦੀ ਹੈ, ਜੇ ਤੁਸੀਂ ਕਿਸੇ ਨੂੰ ਕਹੋਗੇ ਨਾ ਵੀ ਆਹ ਚੀਜ਼ ਆਹ ਕੰਮ ਕਰਿਆ ਕਰ, ਇਹਦੇ ਨਾਲ ਚੰਗੇ ਬਣ ਜਾਈਦਾ ਹੈ, ਉਹ ਦੁਖੀ ਹੁੰਦਾ ਅੱਗੋਂ। ਉਹ ਕਹਿੰਦਾ ਤੂੰ ਕੌਣ ਹੈ ਮੈਨੂੰ ਇਹ ਗੱਲ ਕਹਿਣ ਵਾਲਾ? ਹਜ਼ਾਰ ਵਾਰੀ ਤੁਸੀਂ ਕਿਸੇ ਵਿਅਕਤੀ ਨੂੰ ਕਹੋ ਵੀ ਖੰਡੇ ਬਾਟੇ ਦੀ ਪੌ ਲਓ ਜੀ, ਅੰਮ੍ਰਿਤ ਛਕੋ ਜੀ, ਬਾਣੀ ਪੜ੍ਹੋ ਜੀ, ਚੰਗੇ ਬਣੀਏ, ਚੰਗੇ ਬਣਨ ਨਾਲ ਖੁਸ਼ੀ ਮਿਲਦੀ ਹੈ, ਪਰ ਕਿੰਨੇ ਕੁ ਲੋਕ ਤਿਆਰ ਨੇ ਭਲਾ ਇਸ ਕੰਮ ਵਾਸਤੇ? ਕਿਹਨੂੰ ਨਹੀਂ ਇਸ ਗੱਲ ਦਾ ਪਤਾ ਵੀ ਖੰਡੇ ਬਾਟੇ ਦੀ ਪੌ ਲੈ ਕੇ ਬੰਦਾ ਕੁਕਰਮਾਂ ਤੋਂ ਬਚ ਜਾਂਦਾ ਹੈ? ਕਿਸ ਮਨੁੱਖ ਨੂੰ ਨਹੀਂ ਇਸ ਗੱਲ ਦਾ ਪਤਾ ਵੀ ਖੰਡੇ ਬਾਟੇ ਦੀ ਪੌਲ ਲੈ ਕੇ ਬੰਦਾ ਨਸ਼ਿਆਂ ਤੋਂ ਵੀ ਬਚ ਜਾਂਦਾ ਹੈ, ਝੂਠ ਬੋਲਣ ਤੇ ਫਰੇਬ ਤੇ ਕਰਮਕਾਂਡਾਂ ਤੋਂ ਬਚ ਜਾਂਦਾ ਹੈ? ਇੱਕ ਤਾਂ ਹੁੰਦਾ ਹੈ ਨਾ ਵੀ ਬਿਮਾਰੀ ਬੰਦੇ ਨੂੰ ਲੱਗ ਗਈ ਪਰ ਉਹਦਾ ਇਲਾਜ ਕੋਈ ਨਹੀਂ। ਇੱਥੇ ਤਾਂ ਮਹਾਰਾਜ ਨੇ ਬੜਾ ਵੱਡਾ ਇਲਾਜ ਦਿੱਤਾ ਹੈ, ਉਹਦਾ ਤਾਂ ਬੜਾ ਵੱਡਾ ਪ੍ਰਬੰਧ ਕਰਕੇ ਦਿੱਤਾ ਗੁਰੂ ਪਾਤਸ਼ਾਹ ਨੇ। ਸਤਿਗੁਰੂ ਨੇ ਆਖਿਆ ਵੀ ਜੇ ਤੂੰ ਬਚਣਾ ਹੈ, ਤੇਰੇ ਘਰ ਵਿੱਚ ਚੰਗਿਆਈ ਆਵੇਗੀ ਤਾਂ ਬਚ ਸਕਦਾ ਹੈ,
पर जे तू चंगियाई की डेफिनेशन ही ना समझ सकिया तो तैनू कोई बचावेगा भी नहीं। कोई दुनिया की ताकत नहीं जिहड़ी तैनू बचा सके। इयों प्रसाद वंडिया गया, इयों किरपा वंडी गई। उच्ची उच्ची गुरु घर के स्पीकर तो बोल बोल के किरपा की परिभाषा दसी गई। पियाओ भाई किरपा वंडी जानी है। ये अमृत नाम जल की वर्खा होनी है। पर जिन्हां ने अपने हिरदे कठोर बना लए उन्होंने नाम जल की वर्खा नाल तक कोई तअल्लुक ही नहीं है। पत्थर सारी जिंदगी पानी में प्या भी रहे तो वह भिजदा नहीं है, क्योंकि वो है ही पत्थर है। उन्होंने भावें 4 साल पानी दे विच रख के ते उस तो बाद बाहर कढ़ के उहदे ते हथौड़ी मारो, पत्थर चों अग ही निकलेगी, क्योंकि पत्थर भिजदा ही नहीं है। पत्थर पानी के प्रभाव नूं कबूल करता ही नहीं है। ते जदों मनुख पत्थर दिल बन गया, इसे लिए तो भगत नामदेव साहब जी ने आख्या सी ना, नामे के स्वामी लाहे ले झगरा। झगरा का अर्थ है भी नामदेव दे स्वामी ने भगत नामदेव साहब जी दे अंदरों सारे झगड़े मुका दिते ने, झगड़ा ही खत्म कर दिता है। मेर तेर वाले झगड़े खत्म हो गए, दुई द्वैश की भावना वाले झगड़े खत्म हो गए, हीण भावना वाले झगड़े खत्म हो गए, जात पात दे भरम भेद वाले झगड़े खत्म हो गए ने। ये तो मेरे मालक ने मेरे अंदरों जिहड़े झगड़े बखेड़े सी खत्म कर दिते। बहुत सारियां वो गल्लां ने जिहड़ियां सानू चंगियाई नूं ही नहीं समझण देंदियां। चंगी गल नूं समझण दे लई भी नज़रिया होना चाहिदा है। चंगी गल समझण दे लई भी चंगे बनन दी तैयारी करनी पैंदी है। पर जे बंदा चंगी गल नूं समझण लई चंगा बनेगा ही नहीं तो किवें समझेगा उन्हों। असल विच चंगा सियाणा भी उन्हों ही आख्या जांदा जिहदी गल समझ विच आवे। जिन्हों गल ही समझ विच ना आवे तो उन्हों की कह सकते हैं आपां। उन्हों तो उहदे वास्ते तो महाराज दी बाणी ने यह भी आख्या, अंधे चन्न रखिए दीवे बड़े 50। कहते वो तो है ही, उन्होंने तो दिसदा ही नहीं, वो तो है ही अंधा, वो कोले 50 दीवे बाल के रख दिओ, उहदा दीवियां नाल की संबंध है। चौणे सोयना पाईए चुण चुण खावे घास। चौणा कहंदे ने पशु नूं, कहंदे पशु की खुरली दे विच पट्ठियां तो इलावा हरे तो इलावा पशु की खुरली विच आपां चंगी चीज़ रख दईए, आखिए भी लंबे समय तो यह चारा खांदा सी, अज ਇਹਦੀ खुरली विच सोना पा देना सी, सोना खावेगा। पट्ठियां दे विच सोना रला दिए, पर पशु कदी सोना नहीं खावेगा, क्योंकि वह है ही पशु है। चौणे सोना पाईए चुन चुन खावे घास, वो तो फिर घाह ही चुन चुन खावेगा, क्योंकि वह सुभाव की है घाह खाना, हरा खाना, पट्ठा खाना। अंधे चानन रखिए दीवे बड़े 50। बोला जे समझाइए पढ़िए सिमरत पाठ। ये महाराज ने सारियां उदाहरण रखियां ने भी आ देखो भाई, दलीलां दे दे के गल्लां कीतियां ने भी जे अंधे बंदे नूं चानन कर दे ओहदा की मतलब है, कोई तअल्लुक नहीं है। पशु दे अगे सोना पा दे, ओहदा सोने नाल की संबंध है भला। जे कर्म कांडी ते मनमती मनुख दे अगे अकाल पुरख वाहिगुरू की सिफत सलाह देण वाली बाणी, ये बख्शिशां देण वाली बाणी दी विचार रख के आखो भी भाई बाटा तैयार होना, तू छक लै, खंडी बाटी दी पौल लै, बाणी पढ़िया कर, तेरे घर दे कलेश खत्म होणगे। पर उस बंदे दा ते तअल्लुक ही कोई नहीं है। वो तो इउं है ना भी जिवें घमियार दे खोते दे गल विच किसी ने हीरा बन दिता, तो उन्हें तो सारी जिंदगी उन्होंने चिट्ठा चिट्टा पत्थर ही मन छड्डिया। उन्हें कहा भी चिट्टा पत्थर है। किसी जौहरी की नजरी पै गया, उन्हें कहा भी आ वेचना है, कहता वेच देंगे, किन्ने क पैसे लवेंगा? कहता यदी कीमत 10,000 दे देवांगा। घुमियार ने तो पहली बारी जिंदगी 10,000 देखना सी। उन्हें खोते दे गल विचों हीरा लाया तो उन्हें जौहरी दे हथ फड़ा दिता ते 10,000 रुपया लैके घर नूं चला गया।
ਉਸ ਤੋਂ ਬਾਅਦ ਉਹਨੇ ਅੱਗੇ ਉਹ ਹੀਰਾ ਜਿਹੜਾ ਜ਼ੌਹਰੀ ਸੀ ਉਹਨੇ ਅੱਗੋਂ ਲੱਖ ਰੁਪਏ ਦਾ ਹੀਰਾ ਵੇਚ ਦਿੱਤਾ। ਅੱਗੇ ਗੱਲ ਸਮਝਣ ਵਾਸਤੇ, ਹੀਰਿਆਂ ਦੀ ਕੀਮਤ ਲੱਖ ਨਹੀਂ ਹੋਇਆ ਕਰਦੀ, 10,000 ਨਹੀਂ ਹੋਇਆ ਕਰਦੀ। ਉਹਨੇ 1 ਲੱਖ ਰੁਪਏ ਦਾ ਅੱਗੇ ਹੀਰਾ ਵੇਚ ਦਿੱਤਾ। ਤੇ ਜਿਹਨੇ ਉਸ ਹੀਰੇ ਨੂੰ ਸਭ ਤੋਂ ਮਹਿੰਗਾ ਖਰੀਦਿਆ ਸੀ ਨਾ, ਜਿਹਨੇ 5 ਕਰੋੜ ਉਹਦੀ ਕੀਮਤ ਲਾ ਕੇ ਖਰੀਦ ਲਿਆ, ਉਸ ਹੀਰੇ ਨੂੰ ਬੜੇ ਵੱਡੇ ਸ਼ੋਕੇਸ ਵਿੱਚ ਰੱਖਿਆ ਗਿਆ। ਦੂਰ ਦਰਾਡੇ ਤੋਂ ਲੋਕ ਵੇਖਣ ਵਾਸਤੇ ਆਉਂਦੇ ਨੇ। ਉਹ ਬੰਦਾ ਉਸ ਘੁਮਿਆਰ ਦੇ ਕੋਲ ਆ ਗਿਆ ਜਿਹਨੇ 10,000 ਦਾ ਉਹਦੇ ਕੋਲੋਂ ਹੀਰਾ ਖਰੀਦਿਆ ਸੀ। ਕਹਿਣ ਲੱਗਾ ਤੇਰੀ ਤਾਂ ਕਿਸਮਤ ਮਾੜੀ ਹੈ। ਕਹਿੰਦਾ ਕਿਉਂ? ਕਹਿੰਦਾ ਜਿਹੜਾ ਹੀਰਾ ਮੈਂ ਤੇਰੇ ਕੋਲੋਂ 10,000 ਦਾ ਖਰੀਦ ਕੇ ਲੈ ਕੇ ਗਿਆ ਸੀ ਨਾ, ਉਹਨੂੰ ਅੱਜ ਪੂਰੀ ਦੁਨੀਆ ਵੇਖਣ ਵਾਸਤੇ ਆ ਰਹੀ ਹੈ। ਤੇ ਘੁਮਿਆਰ ਨੇ ਆਖਿਆ ਵੀ ਕਿਸਮਤ ਮੇਰੀ ਨਹੀਂ ਮਾੜੀ, ਕਿਉਂਕਿ ਮੈਂ ਤਾਂ ਹੀਰੇ ਬਾਰੇ ਜਾਣਦਾ ਹੀ ਨਹੀਂ। ਕਿਸਮਤ ਤੇਰੀ ਮਾੜੀ ਹੈ, ਤੂੰ ਤਾਂ ਜ਼ੌਹਰੀ ਸੀ, ਤੂੰ ਜ਼ੌਹਰੀ ਹੋ ਕੇ ਵੀ ਨਹੀਂ ਜਾਣ ਸਕਿਆ, ਤੂੰ ਤਾਂ ਉਹਦੀ 10,000 ਕੀਮਤ ਲਾ ਗਿਆ। ਗੁਰੂ ਕੇ ਪਿਆਰਿਓ, ਅਨਮਤੀ ਲੋਕ ਬਾਣੀ ਦੇ ਨੇੜੇ ਨਾ ਆਉਣ ਤੇ ਮੁਬਾਰਕ, ਕਿਉਂਕਿ ਉਹਨਾਂ ਨੂੰ ਤੇ ਮੁਬਾਰਕ ਹੀ ਹੈ। ਉਹ ਆਪੋ ਆਪਣੇ ਮਤਾਂ ਦੇ ਮੁਤਾਬਕ ਆਪਣੇ ਆਪਣੇ ਕਰਮ ਧਰਮ ਕਰਦੇ ਨੇ, ਮੁਬਾਰਕ ਨੇ ਉਹਨਾਂ ਨੂੰ। ਪਰ ਬਦਕਿਸਮਤੀ ਉਦੋਂ ਹੈ ਜਦੋਂ ਇਸ ਕੌਮ ਦੇ ਵਾਰਸ ਅਖਵਾਉਣ ਵਾਲੇ ਵੀ ਬਾਣੀ ਤੋਂ ਦੂਰੀ ਬਣਾਉਂਦੇ ਨੇ। ਸੰਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੋ ਕੇ ਝੁਕ ਕੇ ਸਲਾਮਾ ਕਰਦਾ ਹੈ ਬਾਣੀ ਦੀ ਵਿਚਾਰ ਨੂੰ, ਪਰ ਇਸ ਬਾਣੀ ਦਾ ਖਜ਼ਾਨਾ ਚੁੱਕ ਕੇ ਨਗਰ ਕੀਰਤਨ ਕੱਢਣ ਵਾਲਿਆਂ ਨੂੰ ਅਜੇ ਤੱਕ ਜਪਜੀ ਦੀ ਪਹਿਲੀ ਪੌੜੀ ਦੇ ਅਰਥਾਂ ਦੀ ਸਮਝ ਨਹੀਂ ਲੱਗੀ, ਤੇ ਬਣੇਗਾ ਕੀ ਫਿਰ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ, ਖੰਡ ਪਾਠ, ਸੁਖਮਣੀ ਬਾਣੀ ਦੇ ਪਾਠ ਕਿੰਨੇ ਕੁ ਹੋ ਚੁੱਕੇ ਨੇ? ਕੋਈ ਅੰਦਾਜ਼ਾ ਹੈ ਭਲਾ? ਕੋਈ ਅੰਦਾਜ਼ਾ ਨਹੀਂ। ਇੱਕ ਗੱਲ ਨੂੰ ਅਧਿਆਪਕ ਬੱਚੇ ਨੂੰ ਇੱਕ ਵਾਰੀ ਬੋਲ ਕੇ ਸਮਝਾ ਦੇਵੇ ਤੇ ਬੱਚਾ ਸਾਲ ਬਾਅਦ ਉਹ ਗੱਲ ਪੇਪਰ ਦੇ ਵਿੱਚ ਲਿਖ ਦਿੰਦਾ ਹੈ। ਉਹਦੇ ਸਮਝਣ ਦੀ ਤੇ ਸੋਚਣ ਦੀ ਸ਼ਕਤੀ ਕਿੱਡੀ ਵੱਡੀ ਹੈ। 1 ਸਾਲ ਬਾਅਦ ਪੇਪਰ ਹੋਣਾ ਹੁੰਦਾ ਹੈ। ਸਾਲ ਪਹਿਲਾਂ ਪੜ੍ਹੀ ਹੋਈ ਗੱਲ ਆਪਣੇ ਅਧਿਆਪਕ ਤੋਂ ਸਮਝਿਆ ਹੋਇਆ ਉਹ ਫਾਰਮੂਲਾ ਜਿਹੜਾ ਵਾ, ਉਸ ਫਾਰਮੂਲੇ ਦੀ ਵਰਤੋਂ ਸਾਲ ਬਾਅਦ ਵੀ ਬੱਚਾ ਕਰ ਲੈਂਦਾ ਹੈ। ਸਾਲ ਬਾਅਦ ਹੀ ਨਹੀਂ, ਬਾਕੀ ਸਾਰੀ ਜ਼ਿੰਦਗੀ ਕਰਦਾ ਰਹਿੰਦਾ। ਪੜ੍ਹ ਲਿਆ ਨਾ ਉਹਨੇ। ਪਰ ਮਾਫ ਕਰਨਾ, ਲੰਬਾ ਸਮਾਂ, ਸਦੀਆਂ ਬੀਤ ਗਈਆਂ ਇਸ ਬਾਣੀ ਨੂੰ ਪੜ੍ਹਦਿਆਂ, ਸਦੀਆਂ ਬੀਤ ਗਈਆਂ। ਅਜੇ ਤੱਕ ਇੰਨੇ ਕੁ ਹੀਣ ਭਾਵਨਾ ਦੇ ਸ਼ਿਕਾਰ ਹੋਏ ਤੁਰੇ ਫਿਰਦੇ ਆ। ਘਰ ਵਿੱਚ ਕੋਈ ਵਿਅਕਤੀ ਆ ਜੇ ਤੇ ਮੱਥੇ ਤੇ 8 ਤਿਉੜੀਆਂ ਪੈ ਜਾਂਦੀਆਂ ਬੰਦੇ ਦੀ। ਕਿਧਰੋਂ ਆ ਗਿਆ? ਸਾਡੇ ਕੋਲੇ ਕਿੱਥੇ ਟਾਈਮ ਹੈਗਾ? ਇਹਨਾਂ ਨੂੰ ਟਿਕਾ ਹੀ ਨਹੀਂ ਹੈਗਾ। ਇਹ ਆਪਣੇ ਘਰ ਬਹਿਣ, ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਬੈਠੇ ਨੇ। ਇਦਾਂ ਦੀਆਂ ਗੱਲਾਂ ਅਸੀਂ ਬਾਹਰੋਂ ਆਏ ਮਹਿਮਾਨ ਬਾਰੇ ਜੇ ਸੋਚਾਂਗੇ ਤੇ ਆਪਣੇ ਹਿਰਦੇ ਦੇ ਵਿੱਚ ਗੁਣਾ ਰੂਪ ਮਹਿਮਾਨਾਂ ਦੇ ਬਾਰੇ ਕੀ ਸੋਚਦੇ ਹਾਂ ਅਸੀਂ? ਸ਼ਲੋਕ ਦਾ ਜਿਹੜਾ ਭਾਵ ਅਰਥ ਹੈ ਨਾ, ਵੀ ਬੰਦਾ ਚੰਗਿਆਈ ਨੂੰ ਥਾਂ ਨਹੀਂ ਦਿੰਦਾ। ਜਦੋਂ ਚੰਗਿਆਈ ਘਰ ਵਿੱਚ ਆਉਣ ਲੱਗਦੀ ਤੇ ਬੰਦਾ ਦਰਵਾਜ਼ਾ ਭੇੜ ਲੈਂਦਾ ਹੈ। ਬੁਰੀਆਂ ਗੱਲਾਂ ਸੁਣਨ ਵਾਸਤੇ ਤਾਂ ਗਵਾਂਢੀ ਦੇ ਘਰ ਵੀ ਚਲਿਆ ਜਾਂਦਾ ਹੈ। ਨਿੰਦਿਆ ਸੁਣਨ ਵਾਸਤੇ ਤੇ ਸਾਰਾ ਪਿੰਡ ਵੀ ਗਾ ਸਕਦਾ ਹੈ। ਬੰਦਾ ਮੋੜਾਂ ਤੇ ਬੈਠ ਸਕਦਾ ਹੈ, ਚੁਰਾਹਿਆਂ ਵਿੱਚ ਬੈਠ ਸਕਦਾ ਹੈ, ਉਹਨਾਂ ਮੰਡਲੀਆਂ ਵਿੱਚ ਬੈਠ ਸਕਦਾ ਹੈ ਜਿੱਥੇ ਕੋਈ ਇੱਕ ਬੰਦਾ ਗੱਲ ਰੱਖਦਾ ਤੇ ਦੂਜਾ ਚੁੱਕਦਾ ਹੈ, ਦੂਜਾ ਰੱਖਦਾ ਤੇ ਤੀਜਾ ਗੱਲ ਚੁੱਕਦਾ ਹੈ। ਉਹਨਾਂ ਦੇ ਕੋਲ ਸਾਰੇ ਪਿੰਡ ਦੀ ਗਾਥਾ ਤੇ ਸਾਰੇ ਇਲਾਕੇ ਦੀ ਗਾਥਾ, ਰਾਜਨੀਤੀ ਤੋਂ ਲੈ ਕੇ ਧਰਮ ਦੀਆਂ ਗੱਲਾਂ ਤੋਂ ਲੈ ਕੇ ਇੱਥੋਂ ਤੱਕ ਲੋਕਾਂ ਦੇ ਪਰਿਵਾਰਾਂ ਦੇ ਦਰਵਾਜ਼ਿਆਂ ਤੱਕ ਵੀ ਉਹ ਪਹੁੰਚਦੇ ਨੇ। ਗੱਲਾਂ ਸੁਣਾਉਂਦੇ ਸੁਣਾਉਂਦੇ ਉਹ ਦੱਸਦੇ ਨੇ ਫਲਾਣੇ ਦੇ ਘਰ ਵਿੱਚ ਕੀ ਵਾਪਰਿਆ, ਫਲਾਣਾ ਕੀ ਕਰਦਾ ਹੈ। ਐਸੀ ਹਾਲਤ ਹੈ ਉਹਨਾਂ ਲੋਕਾਂ ਦੀ। ਉਹ ਬੁਰਾਈ ਨੂੰ ਖਰੀਦ ਕੇ ਲੈ ਕੇ ਆਉਂਦੇ ਨੇ ਆਪਣੇ ਘਰ ਵਿੱਚ, ਚੰਗਿਆਈ ਆਉਂਦੀ ਹੋਈ ਲਈ ਦਰਵਾਜ਼ਾ ਭੇੜ ਲੈਂਦੇ ਨੇ ਵੀ ਤੂੰ ਸਾਡੇ ਘਰ ਨਾ ਆਵੀਂ, ਤੇਰੇ ਆਉਣ ਦੇ ਨਾਲ ਸਾਡੇ ਘਰ ਦੇ ਵਿੱਚੋਂ ਬੁਰਾਈ ਨਿਕਲ ਜਾਣੀ ਹੈ। ਸੱਚਮੁੱਚ ਇਦਾਂ ਹੀ ਹੋਇਆ। ਬੁਰਾਈ ਨੂੰ ਅਸੀਂ ਨਾ ਸ਼ੋਕੇਸ ਵਿੱਚ ਟਿਕਾ ਕੇ ਰੱਖਦੇ ਹਾਂ ਆਪਣੇ ਘਰਾਂ ਵਿੱਚ। ਜ਼ਹਿਰ ਦੀਆਂ ਬੋਤਲਾਂ ਜਿਹੜੀਆਂ ਸਜਾ ਸਜਾ ਕੇ ਸਾਡੇ ਘਰਾਂ ਦੀਆਂ ਕੋਠੀਆਂ ਵਿੱਚ ਦਿਸਦੀਆਂ ਨੇ, ਸੱਜੀਆਂ ਹੋਈਆਂ। ਮੈਂ ਬਹੁਤ ਥਾਵਾਂ ਤੇ ਐਸਾ ਤੱਕਿਆ, ਮੈਂ ਮਾਫ ਕਰਨਾ। ਸ਼ਰਾਬ ਦੀਆਂ ਮਹਿੰਗੀਆਂ ਮਹਿੰਗੀਆਂ ਬੋਤਲਾਂ ਸ਼ੋਕੇਸ ਵਿੱਚ ਲਾ ਕੇ ਕੀ ਦਰਸਾਉਣਾ ਚਾਹੁੰਦੇ ਵੀ ਅਸੀਂ ਜ਼ਹਿਰ ਪੀਣ ਵਾਲੇ ਲੋਕ ਹਾਂ ਤੇ ਜ਼ਹਿਰ ਹੀ ਸਾਰੀ ਜ਼ਿੰਦਗੀ ਪੀਂਦੇ ਰਵਾਂਗੇ। ਅੰਮ੍ਰਿਤ ਦੀ ਦਾਤ ਨੂੰ ਅਸੀਂ ਘਰ ਵਿੱਚ ਆਉਣ ਦੇ ਲਈ ਇਉਂ ਕਹਿੰਦੇ ਹਾਂ ਵੀ ਜੇ ਇਹ ਅੰਮ੍ਰਿਤ ਦੀ ਦਾਤ ਸਾਡੇ ਘਰ ਆ ਗਈ
सानू तां सब कुछ छड्डना पवेगा। मैं बहुतिਆਂ ना ਜਿਹੜੇ उम्र करके सियाणे, उदां सियाणे नहीं कहांगा, अकल करके नहीं सियाणे, उम्र करके वडेरी उम्र वाले बहुतिਆਂ ਬੰਦਿਆਂ ਨਾਲ ਗੱਲ ਕੀਤੀ भी ਤੁਹਾਡੀ ਤਾਂ उम्र भी बीत ਚੱਲੀ ਆ, खंडे बाटे ਦੀ पौल क्यों नहीं ਲੈਂਦੇ। ਕਹਿੰਦੇ नहीं झूठ ਛੱਡਣਾ पै सकदा है, साडा काम ही इदां दा, झूठ बोलते हैं, झूठ छड्डना पैना है। थक जाईदा सारा दिन, शामां नूं थोड़ा बहुता पैग लाउणा पैंदा है। की करिए, असीं छड्ड नहीं सकते। इहदा अर्थ बंदा उस तोते वांगू गुलाम हो गया जिस तोते ने पिंजरे नूं अपना घर बना लिया सी। कहंदे ना किसी ने उस तोते नूं पिंजरे विच पाया, लंबा समा ने तोते नूं उत्थे ही भोजन दिता, उन्हें खाण पीण वास्ते पानी भी उहदे लई विच ही रख दिता पिंजरे दे। तोता इन्ना क अपाज हो गया, इन्ना क गुलाम हो गया उस पिंजरे दा। एक दिन शिकारी ने उहदा पिंजरा खोलिया ते तोता पर मारदा, डिगदा ढाइंदा उड्डिया ते एक दरख्त की टहनी ते बह गया। किसी दूजे व्यक्ति ने आख्या, सजना तू बड़ी वड्डी गलती की है, तू इहदा पिंजरा नहीं सी खोलना, यह तो हुण उडारी मार गया। कहंदा उडारी नहीं मार गया, तू 15 तो 20 मिनट वेट कर, बस तेरे सामने सारा कुछ तैनूं दिसेगा। होया भी इदां ही। 10 तो 15 मिनट दे विच ओह तोता जिहड़ा टाहनी ते बैठा सी, उहने उडारी लाई ते आके पिंजरे विच बैठ गया, क्योंकि उहने गुलामी नूं स्वीकार कर लिया। ओहदी मानसिकता दे विच इह गल बैठ गई कि पिंजरा ही तेरा घर है, गुलामी ही तेरा घर है। सचमुच बंदे ने जहर नूं अपने अंदर थां दे दित्ती है। गुणा रूप सज्जण जदों इहदे घर विच आउंदे ने, उन्हां दे लई दरवाजा भेड़ लैंदा है। जदों चंगियाई घर विच आउण लगदी है, बंदा चंगियाई नूं तलांजली दे दिंदा है, बेदावा दे दिंदा है, दरवाजा भेड़ लैंदा है भी मैं तेरे दर्शन नहीं करने चाहुंदा। जे तू मेरे घर विच आ गई तो मेरा घर ना किधरे स्वर्ग बन जावे। जे पता ही है भी ये जहर है, जे पता ही है भी मोहरा है साडे हथ दे उत्ते, ते जदों मोहरे दी डली नूं चट्टांगे खावांगे ते मौत तां होवेगी होवेगी। नस्लां बर्बाद हो जाणगीਆਂ, पीढ़ियां बर्बाद हो जाणगीਆਂ ते हुंदियां भी पईयां ने। जदों तुहाडी कौम दे 8 तो 10-10 साल दे बच्चियां दे बैग विचों ਜ਼ਹਿਰ ਦੀਆਂ ਪੁੜੀਆਂ ਨਿਕਲਣ ਤੇ ਸਮਝ ਲਿਓ ਕੌਮ ਆਜ਼ਾਦੀ ਵੱਲ ਨੂੰ ਨਹੀਂ, ਗੁਲਾਮੀ ਵੱਲ ਨੂੰ ਜਾ ਰਹੀ ਹੈ। ਇਹ ਦੇਣ ਕਿਹਦੀ ਹੈ? ਉਹਨਾਂ ਦੀ ਜਿਹੜੇ ਅੱਜ ਵਡੇਰੀਆਂ ਉਮਰਾਂ ਵਿੱਚ ਪਹੁੰਚ ਗਏ ਨੇ, ਜਿਹੜੇ ਅਜੇ ਵੀ ਇਹ ਮਾਣਨਾ ਕਹਿੰਦੇ ਆ ਅਸੀਂ ਨਹੀਂ ਛੱਡ ਸਕਦੇ। ਸਾਡੇ ਕੋਲੋਂ ਨਹੀਂ ਇਹ ਕੀ ਕੰਮ ਕੀਤਾ ਜਾਣਾ ਵੀ ਕਿੰਨਾ ਔਖਾ ਹੈ ਭਾਈ। ਗੱਲ ਤੇ ਇਹੀ ਹੈ ਨਾ ਵੀ ਬੰਦਾ ਆਪਣੀ ਕਮਜ਼ੋਰੀ ਨੂੰ ਲੁਕਾਉਂਦਾ ਹੈ, कमजोरी ते परदा पाउंदा है। फरीद साहब कहंदे घर आए मेहमानां नूं वेख के कमजोरी ते परदा ना पा, इस कमजोरी नूं बाहर कर ते अपने मेहमानां नूं घर विच थां दे। फरीदा जे मैं होंदा वारिया, मित्तां आइड़ियां, मैं अपने मित्रां तो कुछ लुका रखां, आए हुए मित्रां तो कुछ लुका रखां। ते कहंदे हेड़ा जले मजीठ ज्यों उपर अंगारां, मेरी तां जिंद इउं धुखदी है, मेरी जिंद तां इउं सड़दी है जिवें मजीठ तपदे कोलियां दे उपर सड़दा है। जिवें मजीठ रिझदा है उन्हां कोलियां ते अंगियारां दे उपर, मेरी तां जिंद इउं तपदी है। पर इदां दी अवस्था वाले किन्ने क संसार दे अंदर लोक है जिहड़े कहंदे मेरी भुख तां उदों उतरेगी जदों मैं कुछ चंगा सुणांगा ते चंगा जीवन विच कमावांगा। किन्ने लोक ने संसार अंदर ऐसे, बहुत घट मिलणगे, उंगलां ते गिणे जा सकदे ने। 100 दे पिछे कोई 2 तो 4 मिलणगे, नहीं तो उहदे विचों भावें कि बाकी जिहड़ी 98% गिनती है ना, उहदे विच कुछ मीडियम भी ने, कुछ बिल्कुल लो क्लास के व्यक्ति भी ने, जिहड़े किधरे गुरुद्वारे की दीवार दे नाल घसर के लंघ जाण ते उन्हां नूं पाप लग जांदा है। वो कहिंदे भी बड़ा माड़ा हो गया भी असीं तां गुरु घर की दीवार दे लागों दी लंघ गए हैं। जिहड़ा बच्चा सारी जिंदगी स्कूल ही ना जावे ते उहनूं कहिंदे तां अनपढ़ है, अनपढ़ रह गया। ते नाल एक मुहावरा वरतदे, स्कूल दे नेड़ियों नहीं कदी लंघिया। ਜਿਹੜਾ ਸਕੂਲ ਦੇ ਨੇੜਿਓਂ ਨਹੀਂ ਲੰਘਿਆ ਉਹਨੂੰ ਤੁਸੀਂ ਅਨਪੜ੍ਹ ਕਹਿੰਦੇ ਹੋ, ਜਿਹੜਾ ਕਦੀ ਗੁਰੂ ਘਰ ਦੇ ਦਰਵਾਜ਼ੇ ਦੇ ਅੱਗੋਂ ਨਹੀਂ ਲੰਘਿਆ ਉਹਨੂੰ ਕੀ ਆਖੋਗੇ ਭਲਾ? ਉਹਦੀ ਤਾਂ ਆਤਮਾ ਹੀ ਸਾਰੀ ਦੁਸ਼ਟ ਹੋਈ ਫਿਰਦੀ ਹੈ, ਉਹ ਤਾਂ ਪਲੀਤ ਆਤਮਾ ਕਹਿ ਸਕਦੇ ਹੋ ਤੁਸੀਂ।
ਜਿਹੜਾ ਕਦੀ ਚੰਗਾ ਸਿੱਖਣ ਲਈ ਪ੍ਰੇਰਿਤ ਹੀ ਨਹੀਂ ਹੋਇਆ। ਇਹ ਵੀ ਨਹੀਂ ਮੈਂ ਕਹਿੰਦਾ ਵੀ ਜ਼ਰੂਰੀ ਨਹੀਂ ਵੀ ਉਹ ਗੁਰੂ ਘਰ ਬੈਠਾ ਵੀ ਹੋ ਸਕਦਾ ਚੰਗੀ ਆਤਮਾ ਵਾਲਾ ਹੋਵੇ, ਪਰ ਜਿਹੜਾ ਗੁਰੂ ਘਰ ਆ ਕੇ ਚੰਗੀ ਆਤਮਾ ਵਾਲਾ ਨਹੀਂ ਬਣ ਸਕਿਆ, ਉਹ ਘਰ ਬੈਠਿਆਂ ਕਿੱਦਾਂ ਬਣ ਜਾਊਗਾ। ਉਹ ਤਾਂ ਬਹੁਤ ਗਿਣਤੀ ਐਸੀ ਹੈ, ਸਮਾਜਿਕ ਲੋਕਾਂ ਵਿੱਚ ਵਿਚਰਾਂਗੇ ਸਮਾਜ ਵਰਗੇ ਹੋ ਜਾਵਾਂਗੇ, ਗੁਰੂ ਨੂੰ ਸਨਮੁਖ ਰੱਖ ਕੇ ਵਿਚਰਾਂਗੇ, ਜਿਹੋ ਜਿਹਾ ਸਾਈਕੀ ਦੇ ਵਿੱਚ ਅਸੀਂ ਮੈਟਰ ਭੋਜਨ ਤਿਆਰ ਕਰਾਂਗੇ ਉਹੋ ਜਿਹਾ ਅਸੀਂ ਬਣਦੇ ਜਾਵਾਂਗੇ। ਸਾਡੀ ਸਾਈਕੀ 'ਚ ਮੈਟਰ ਹੀ ਨਹੀਂ ਉਹ ਹੈਗਾ ਜਿਹੜਾ ਗੁਰੂ ਦੀ ਵਿਚਾਰ ਵਾਲਾ ਹੈ। ਸਾਡੀ ਖੁਰਾਕ ਹੀ ਉਹ ਨਹੀਂ ਹੈਗੀ ਜਿਹੜੀ ਖੁਰਾਕ ਦੇ ਨਾਲ ਅਸੀਂ ਆਪਣੇ ਆਪ ਨੂੰ ਬਦਲਣਾ ਹੈ। ਤੇ ਜਦੋਂ ਖੁਰਾਕ ਮਾੜੀ ਹੋਵੇ ਤੇ ਉਦੋਂ ਬਾਡੀ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੁੰਦੀ ਹੈ। ਜਦੋਂ ਸਾਡਾ ਪੜ੍ਹਨਾ ਸੁਣਨਾ ਵਿਚਾਰਨਾ ਮਾੜਾ ਹੋਵੇ ਤੇ ਉਦੋਂ ਮਨ ਅੰਦਰ ਗੜਬੜ ਵਾਪਰਦੀ ਹੈ। ਗੁਰੂ ਮਿਹਰ ਕਰੇ, ਸ਼ੇਖ ਫਰੀਦ ਸਾਹਿਬ ਆਖਦੇ, ਮੇਰੀ ਤਾਂ ਜਿੰਦ ਇਉਂ ਤੁਖਦੀ ਹੈ, ਮੇਰੀ ਤਾਂ ਜਿੰਦ ਇਉਂ ਤਪਦੀ ਜਿਵੇਂ ਮਜੀਠ ਅੱਗ ਦੀਆਂ ਅੰਗਿਆਰੀਆਂ ਤੇ ਕਲਪਦਾ ਹੈ। ਮੈਂ ਤਾਂ ਆਏ ਹੋਏ ਮਹਿਮਾਨਾਂ ਨੂੰ ਆਪਣੇ ਘਰ ਵਿੱਚ ਥਾਂ ਦੇਣਾ ਹਾਂ, ਮੈਂ ਨਹੀਂ ਚਾਹੁੰਦਾ ਵੀ ਉਹਨਾਂ ਨੂੰ ਵਾਪਸ ਮੋੜ ਦੇਵਾਂ। ਮੈਂ ਆਪਣੇ ਪਿਆਰਿਆਂ ਤੋਂ, ਆਏ ਹੋਏ ਉਹਨਾਂ ਅਭਿਆਗਤ ਜਨਾਂ ਤੋਂ, ਅਭਿਆਗਤ ਕਹਿੰਦੇ ਨੇ ਉਸ ਵਿਅਕਤੀ ਨੂੰ ਜਿਹੜਾ ਮਹਿਮਾਨ ਹੋਵੇ, ਜਿਹੜਾ ਕਿਸੇ ਦੇ ਘਰ ਵਿੱਚ ਆਉਣ ਵਾਲਾ ਮਹਿਮਾਨ ਰਿਸ਼ਤੇਦਾਰ ਸੰਬੰਧੀ ਹੋਵੇ, ਉਹਨੂੰ ਅਭਿਆਗਤ ਆਖਦੇ ਨੇ। ਗੁਰੂ ਪਾਤਸ਼ਾਹ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਇਹ ਦ੍ਰਿਸ਼ਟਾਂਤ ਦੇ ਕੇ ਗੱਲ ਕੀਤੀ ਹੈ। ਸ਼ੇਖ ਫਰੀਦ ਸਾਹਿਬ ਕਹਿੰਦੇ ਵੀ ਮੈਂ ਨਹੀਂ ਲੁਕਾ ਕੇ ਰੱਖਾਂਗਾ, ਮੈਂ ਤਾਂ ਆਪਣੀ ਜਿੰਦ, ਆਪਣਾ ਅੰਤਰ ਆਤਮਾ ਉਹਨਾਂ ਦੇ ਅੱਗੇ ਖੋਲ ਕੇ ਰੱਖ ਦਿਆਂਗਾ, ਮੈਂ ਉਹਨਾਂ ਤੋਂ ਕੁਝ ਲੁਕਾਵਾਂਗਾ ਨਹੀਂ। ਤੇ ਜਦੋਂ ਬੰਦਾ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਚੰਗਿਆਈ ਨੂੰ ਥਾਂ ਨਹੀਂ ਦਿੰਦਾ, ਬੁਰਿਆਈ ਨੂੰ ਅੰਦਰ ਥਾਂ ਦੇਈ ਜਾ ਰਿਹਾ, ਬੁਰਿਆਈ ਨੂੰ ਕਹਿੰਦਾ ਵੀ ਤੁਸੀਂ ਮੇਰੇ ਮਹਿਮਾਨ ਹੋ, ਆਓ ਮੈਂ ਤੁਹਾਨੂੰ ਆਪਣੇ ਅੰਦਰ ਥਾਂ ਦੇਵਾਂ, ਫਿਰ ਸਮਝ ਲਿਓ ਜ਼ਿੰਦ ਇਹ ਧੁਖਦੀ ਰਹੇਗੀ। ਉਸ ਤੂੜੀ ਤੇ ਰੂੜੀ ਨੂੰ ਜਦੋਂ ਅੱਗ ਲੱਗੀ ਹੋਵੇ ਨਾ, ਤੇ ਉਹ ਸਹਿਜੇ ਸਹਿਜੇ ਨਾ ਬਲਦੀ ਹੈ ਤੇ ਨਾ ਬੁਝਦੀ ਹੈ। ਇਸ ਦੁੱਖਾਂ ਦੀ ਬਿਮਾਰੀ ਦੀ ਜਿਹੜੀ ਹੈ ਸਭ ਤੋਂ ਵੱਡੀ ਬਿਮਾਰੀ ਮਾਨਸਿਕਤਾ ਦੇ ਵਿੱਚ ਇਹ ਹੈ ਵੀ ਜਦੋਂ ਬੰਦਾ ਧੁਖਦਾ ਰਹਿੰਦਾ ਹੈ ਨਾ, ਦੁਖੀ ਰਹਿੰਦਾ ਹੈ, ਅੰਦਰੋਂ ਦੁਖੀ ਰਹਿੰਦਾ ਹੈ, ਉਹਦੀਆਂ ਕਿਤੇ ਨਾ ਕਿਤੇ ਇਹ ਬਿਮਾਰੀ ਦੇ ਕਾਰਨ ਨੇ, ਇਹ ਪਰੇਸ਼ਾਨੀਆਂ ਦੇ ਕਾਰਨ ਨੇ ਕਿ ਉਹ ਬੰਦਾ ਜੀਵਨ ਦੇ ਅੰਦਰ ਚੰਗਿਆਈ ਨੂੰ ਰੱਖਣਾ ਨਹੀਂ ਚਾਹੁੰਦਾ, ਚੰਗਾ ਲੋਚਦਾ ਨਹੀਂ ਹੈ, ਚੰਗਾ ਦੇਖਦਾ ਨਹੀਂ ਹੈ ਤੇ ਚੰਗਿਆਈ ਨੂੰ ਥਾਂ ਨਹੀਂ ਦਿੰਦਾ। ਉਹ ਹਰ ਬੁਰੀ ਗੱਲ ਨੂੰ ਆਪਣੀ ਸੁਰਤ ਦੇ ਵਿੱਚ ਦੀ ਨਿਗਾਹ ਦਿੰਦਾ ਹੈ, ਚੰਗਿਆਈ ਵਾਰੀ ਦਰਵਾਜ਼ਾ ਭੇੜ ਦਿੰਦਾ ਹੈ, ਬੁਰੇ ਕੰਮਾਂ ਵਾਸਤੇ ਤਾਕਤਵਰ ਬਣ ਜਾਂਦਾ ਹੈ, ਜਵਾਨ ਬਣ ਜਾਂਦਾ ਬੁਰੇ ਕੰਮਾਂ ਨੂੰ। ਸਤਿਗੁਰੂ ਮਹਾਰਾਜ ਰਹਿਮਤ ਕਰਨ ਸਾਡੇ ਤੇ, ਅਸੀਂ ਆਪਣੇ ਜੀਵਨ ਵਿੱਚ ਉਹ ਚੀਜ਼ਾਂ, ਉਹ ਗੱਲਾਂ, ਉਹ ਨੁਕਤੇ ਅਪਣਾਈਏ ਜਿਨ੍ਹਾਂ ਨੁਕਤਿਆਂ ਨਾਲ ਅਸੀਂ ਆਪ ਜੀਵਨ ਆਪਣਾ ਆਪਾ ਸਵਾਰਨਾ ਤੇ ਦੂਜਿਆਂ ਦਾ ਭਲਾ ਵੀ ਕਰਨਾ। ਉਹ ਗੱਲ ਜੀਵਨ 'ਚ ਲੈ ਕੇ ਆਈਏ। ਆਏ ਹੋਏ ਗੁਣਾ ਰੂਪ ਸੱਜਣਾ ਨੂੰ ਥਾਂ ਦਈਏ ਅੰਦਰ, ਕਿਉਂਕਿ ਇਹ ਸੱਜਣ ਹੀ ਹਨ ਜਿਨ੍ਹਾਂ ਦੇ ਨਾਲ ਰਹਿ ਕੇ ਅਸੀਂ ਚੰਗਾ ਰਾਹ ਰਸਤਾ ਜੀਵਨ ਦਾ ਚੁਣ ਸਕਦੇ ਹਾਂ। ਇਹ ਤਾਂ ਗੁਣਾਂ ਦੇ ਆਧਾਰ ਤੇ ਹੀ ਜੀਵਨ ਚੰਗਾ ਬਣਦਾ ਹੈ। ਕਮੀਆਂ ਤੇ ਕਮਜ਼ੋਰੀਆਂ ਹਰ ਮਨੁੱਖ ਦੇ ਜੀਵਨ ਵਿੱਚ ਹੁੰਦੀਆਂ ਨੇ, ਪਰ ਜੇ ਕੋਈ ਕਮੀਆਂ ਤੇ ਕਮਜ਼ੋਰੀਆਂ ਨੂੰ ਹੀ ਆਪਣਾ ਆਪਾ ਸਮਰਪਿਤ ਕਰ ਦੇਵੇ, ਆਖੇ ਕਿ ਮੈਂ ਇਹਨਾਂ ਦੇ ਆਸਰੇ ਜਿਉਣਾ ਹੈ, ਤੇ ਫਿਰ ਸਮਾਜ ਬਦਸੂਰਤ ਬਣਦਾ ਹੈ, ਮਨੁੱਖਤਾ ਬਦਸੂਰਤ ਹੁੰਦੀ ਹੈ, ਕਿਰਦਾਰਹੀਣ ਹੁੰਦੀ ਹੈ ਮਨੁੱਖਤਾ, ਕਰੈਕਟਰਲੈਸ ਹੋ ਜਾਂਦੀ ਹੈ ਸਾਰੀ ਮਨੁੱਖਤਾ ਜਦੋਂ ਬੰਦਾ ਬੁਰਾਈਆਂ ਦੇ ਨਾਲ ਸਮਝੌਤਾ ਕਰ ਲਵੇ। ਚੰਗਿਆਈ ਨੂੰ ਥਾਂ ਦੇਣੀ ਹੈ ਅੰਦਰ। ਫਰੀਦ ਸਾਹਿਬ ਆਖਦੇ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ, ਜੇ ਮੈਂ ਜੀਵਨ 'ਚ ਚੰਗਿਆਈ ਨਹੀਂ ਪਾਲਦਾ ਤੇ ਮੈਂ ਅੰਦਰੋਂ ਜਿੰਦ ਧੁਖਦੀ ਰਹਿੰਦੀ ਹੈ ਸਾਰੀ ਜ਼ਿੰਦਗੀ। ਸੋ ਗੁਰੂ ਕੇ ਪਿਆਰਿਓ, ਅੰਦਰੋਂ ਖੇੜਾ ਪੈਦਾ ਕਰਨਾ ਤੇ ਗੁਰੂ ਵਾਲੇ ਬਣੀਏ, ਵਿਚਾਰ ਗੁਰੂ ਦੀ ਧਾਰਨ ਕਰੀਏ, ਗੁਰੂ ਕਾ ਇੱਕ ਇੱਕ ਬਚਨ ਜੀਵਨ ਵਿੱਚ ਕਮਾ ਕੇ ਸੁਹਾਵਣਾ ਤੇ ਸਫਲਾ ਜੀਵਨ ਬਣਾਈਏ। ਸਭ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਓ ਗੁਰੂ ਫਤਿਹ ਨਾਲ